ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਪਟਿਆਲਾ ਕਲਾਸਿਸ 'ਤੇ। ਸੋ ਜਿਵੇਂ ਕਿ ਅਸੀਂ ਇਸ ਤੋਂ ਪਹਿਲੇ ਲੈਕਚਰ 'ਚ ਡਿਸਕਸ ਕੀਤਾ ਸੀ ਕਿ ਅਸੀਂ ਪੋਲਿਟੀ ਪੂਰੀ ਦੀ ਪੂਰੀ ਪੰਜਾਬੀ ਮੀਡੀਅਮ 'ਚ ਆਪਣੇ ਇਸ ਪਲੇਟਫਾਰਮ 'ਤੇ ਫ੍ਰੀ ਪੜ੍ਹਾਂਗੇ। ਉਸੇ ਕਮਿਟਮੈਂਟ ਦੇ ਅਨੁਸਾਰ ਤੁਸੀਂ ਜੇ ਇੱਕ ਇੱਕ ਲੈਕਚਰ ਦੇ ਕੇ ਡਿਸਕ੍ਰਿਪਸ਼ਨ ਬਾਕਸ 'ਚ ਜਾਂਦੇ ਜਾਓਗੇ ਤਾਂ ਤੁਹਾਨੂੰ ਅਗਲੇ ਤੋਂ ਅਗਲਾ ਲੈਕਚਰ ਮਿਲਦਾ ਜਾਊਗਾ। ਠੀਕ ਆ। ਸੋ ਉਸੇ ਤਹਿਤ ਤੁਹਾਨੂੰ ਅੱਜ ਅਸੀਂ ਦੂਸਰਾ ਲੈਕਚਰ ਆਪਣਾ ਸ਼ੁਰੂ ਕਰਨ ਲੱਗੇ ਹਾਂ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ। ਜੇ ਤੁਸੀਂ ਇਹ ਸਮਝ ਗਏ ਕਿ ਸੰਵਿਧਾਨ ਦੀ ਬਣਤਰ ਕੀ ਆ ਤਾਂ ਹੁਣ ਸੰਵਿਧਾਨ ਦੀ ਪ੍ਰਸਤਾਵਨਾ ਇਹਦੇ ਬਾਰੇ ਆਪਾਂ ਹੁਣ ਕੁਝ ਗੱਲਾਂ ਸਾਂਝੀਆਂ ਕਰਾਂਗੇ। ਠੀਕ ਆ। ਸੋ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਸਾਡਾ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਕਰ ਲਓ ਅਤੇ ਜੋ ਵੀ ਕੁਛ ਅਸੀਂ ਇੱਥੇ ਪੜ੍ਹਾ ਰਹੇ ਹਾਂ, ਠੀਕ ਆ, ਜਿਹੜੀ ਵੀ ਚੀਜ਼ ਮੈਂ ਇੱਥੇ ਕਰਵਾ ਰਿਹਾ ਇਹੀ ਸਾਰੀ ਦੀ ਸਾਰੀ ਸਕਰੀਨ ਜਿਹੜੀ ਆ ਤੁਹਾਨੂੰ ਤਾਂ ਕਿ ਤੁਹਾਨੂੰ ਨੋਟ ਕਰਨ ਵਾਸਤੇ ਤੁਹਾਨੂੰ ਸਭ ਕੁਛ PDF ਦੇ ਫਾਰਮੈਟ 'ਚ ਮਿਲ ਜੇ। ਸੋ ਇਹਨੂੰ ਅਸੀਂ ਤੁਹਾਡੇ ਨਾਲ ਆਪਣੇ ਉਸੇ ਟੈਲੀਗ੍ਰਾਮ ਚੈਨਲ 'ਤੇ ਸ਼ੇਅਰ ਕਰ ਦਾਂਗੇ। ਠੀਕ ਆ। ਤਾਂ ਜੋ ਤੁਸੀਂ ਇਹਨੂੰ ਆਪਣੇ ਵਾਸਤੇ ਸੇਵ ਕਰਕੇ ਆਪਣੇ ਕੋਲ ਆਪਣੀ ਮੋਬਾਈਲ ਦੀ ਮੈਮਰੀ 'ਚ ਰੱਖ ਸਕੋ ਅਤੇ ਇਹਦੇ ਤੋਂ ਦੇਖ ਕੇ ਆਪਣੇ ਜੋ ਕੰਮ ਦੀ ਗੱਲ ਆ ਉਹਦੇ ਨੋਟਸ ਬਣਾ ਸਕੋ। ਮੀਡੀਅਮ ਪੰਜਾਬੀ ਰਹੂਗਾ। ਠੀਕ ਆ। ਇਹਦੇ ਨਾਲ ਅਸੀਂ ਜਲਦੀ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇੰਗਲਿਸ਼ ਵਾਲੀ ਫਾਈਲ ਵੀ ਹੋ ਸਕੇ ਤਾਂ ਜਲਦੀ ਅਪਲੋਡ ਕਰ ਦਈਏ। ਖੈਰ ਕੰਸੈਪਟ ਉਹੀ ਆ, ਪੜ੍ਹਾਵਾਂਗੇ ਪੰਜਾਬੀ 'ਚ, ਆਧਾਰ ਪੰਜਾਬੀ ਆ। ਉਸ ਤੋਂ ਬਾਅਦ ਇਹਨੂੰ ਇੰਗਲਿਸ਼ 'ਚ ਨਾਲ ਹੀ ਟਰਾਂਸਲੇਟ ਕਰਕੇ ਜਿੰਨੀ ਜਲਦੀ ਹੋ ਸਕੇ ਅਸੀਂ ਉਹ ਵੀ ਮੁਹੱਈਆ ਕਰਾਵਾਂਗੇ। ਸੋ ਬਿਨਾਂ ਵਕਤ ਖਰਾਬ ਕਰੇ ਸ਼ੁਰੂ ਕਰਦੇ ਹਾਂ। ਸਾਡੇ ਅੱਜ ਦੇ ਟੌਪਿਕ ਦਾ ਨਾਮ ਆ ਪ੍ਰੀਐਂਬਲ। ਪ੍ਰੀਐਂਬਲ ਦਾ ਮਤਲਬ ਹੋ ਗਿਆ ਪ੍ਰਸਤਾਵਨਾ, ਮਤਲਬ ਸੰਵਿਧਾਨ ਦੀ ਪ੍ਰਸਤਾਵਨਾ। ਸਭ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਜਿਹੜੀ ਆ ਉਹ ਬੇਸਿਕਲੀ ਅਸੀਂ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਤਾ ਪੇਸ਼ ਕੀਤਾ ਸੀ ਸੰਵਿਧਾਨ ਸਭਾ 'ਚ, ਜਿਹਦੀ ਕਿ ਤਰੀਕ ਪਤਾ ਹੋਣੀ ਚਾਹੀਦੀ ਆ 13 ਦਸੰਬਰ 1946, ਜਿਹਨੂੰ ਪਾਸ ਕਰਵਾਇਆ ਸੀ 22 ਜਨਵਰੀ 1947 ਨੂੰ, ਓਬਜੈਕਟਿਵ ਰੈਜ਼ੋਲੂਸ਼ਨ, ਉਦੇਸ਼ ਮਤਾ। ਉਹੀ ਅੱਗੇ ਜਾ ਕੇ ਨਿਚੋੜ ਜਿਹਾ ਕੱਢ ਕੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਬਣਿਆ। ਜੇ ਮੈਂ ਸੰਵਿਧਾਨ ਦੀ ਪ੍ਰਸਤਾਵਨਾ ਦੀ ਗੱਲ ਕਰਾਂ, ਅਮਰੀਕਾ ਦਾ ਸੰਵਿਧਾਨ ਉਹ ਪਹਿਲਾ ਲਿਖਤ ਸੰਵਿਧਾਨ ਆ, ਰਿਟਨ ਕੌਨਸਟੀਟਿਊਸ਼ਨ ਆ, ਜਿਹਦੀ ਆਪਣੀ ਪ੍ਰਸਤਾਵਨਾ ਸੀ। ਅੰਗਰੇਜ਼ ਜਦੋਂ ਭਾਰਤ 'ਚ ਆਏ ਉਹਨਾਂ ਨੇ ਭਾਰਤ 'ਚ ਵੱਖਰੇ ਕਾਨੂੰਨ ਬਣਾਏ। ਪਹਿਲੀ ਵਾਰ ਅੰਗਰੇਜ਼ ਗੌਰਮੈਂਟ ਆਫ ਇੰਡੀਆ ਐਕਟ 1919, ਭਾਰਤ ਸਰਕਾਰ ਅਧੀਨੀਅਮ 1919 ਲੈ ਕੇ ਆਏ, ਜਿਹਦੇ 'ਚ ਆਪਣੀ ਪ੍ਰਸਤਾਵਨਾ ਸੀ, ਜਿਹਦੇ ਕੋਲ ਆਪਣਾ ਪ੍ਰੀਐਂਬਲ ਸੀ। ਫਿਰ ਆਜ਼ਾਦ ਭਾਰਤ ਦੇ ਸੰਵਿਧਾਨ ਦਾ ਆਪਣਾ ਪ੍ਰੈਂਬਲ ਆਇਆ। ਅਤੇ ਜੇ ਸਾਡੇ ਸੰਵਿਧਾਨ ਦੇ ਪ੍ਰੈਂਬਲ ਦੇ ਇੱਕ ਝਾਤ ਮਾਰੀਏ, ਆਹ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਜਾਣੀ ਕਿ ਪ੍ਰੈਂਬਲ ਆ। ਇਸ ਪ੍ਰੈਂਬਲ 'ਚੋਂ ਹੀ ਬਹੁਤ ਕੁਛ ਮਿਲ ਜਾਂਦਾ ਹੈ। ਕਹਿੰਦੇ ਸਭ ਤੋਂ ਪਹਿਲਾਂ ਜੇ ਪੁੱਛਿਆ ਜਾਵੇ ਕਿ ਸੰਵਿਧਾਨ ਦਾ ਪ੍ਰੈਂਬਲ ਕਦੋਂ ਲਿਖਿਆ ਗਿਆ ਤਾਂ ਨੋਟ ਕਰ ਲਿਓ, ਸਾਰਾ ਸੰਵਿਧਾਨ ਕੰਪਲੀਟ ਹੋਣ ਤੋਂ ਬਾਅਦ। ਦੂਸਰਾ ਪੁਆਇੰਟ, ਜੇ ਇਹ ਪੁੱਛਿਆ ਜਾਵੇ ਕਿ ਸੰਵਿਧਾਨ ਦਾ ਪ੍ਰੈਂਬਲ ਆ ਜਿਹੜਾ ਪ੍ਰਸਤਾਵਨਾ ਹੈ ਇਹ ਕੀ ਸੰਵਿਧਾਨ ਦਾ ਹਿੱਸਾ ਹੈ, ਸੁਪਰੀਮ ਕੋਰਟ 'ਚ ਇਹਨੂੰ ਲੈ ਕੇ ਵੀ ਰੌਲਾ ਪਿਆ ਕਿ ਸੰਵਿਧਾਨ ਨੂੰ ਲਿਖਣ ਤੋਂ ਬਾਅਦ ਤਾਂ ਲਿਖਿਆ ਗਿਆ ਹੈ, ਫਿਰ ਸੰਵਿਧਾਨ ਦਾ ਹਿੱਸਾ ਹੋਣਾ ਚਾਹੀਦਾ ਕਿ ਨਹੀਂ। ਇੱਕ ਕੇਸ ਹੋਇਆ ਸੁਪਰੀਮ ਕੋਰਟ 'ਚ, ਬੇਹਰੂਬਰੀ ਕੇਸ। ਬੇਹਰੂਬਰੀ ਬੰਗਾਲ ਦੇ ਵਿੱਚ ਇੱਕ ਜ਼ਮੀਨ ਆ, ਉਹਦੇ ਟੁਕੜੇ ਨੂੰ ਬੇਹਰੂਬਰੀ ਪਿੰਡ ਦਾ ਨਾਮ ਆ, ਉਹਦਾ ਕੋਈ ਕੇਸ ਸੀਗਾ। ਹੁਣ ਕੇਸ ਨੂੰ ਲੈ ਕੇ ਮੈਂ ਇਸ ਲੈਵਲ ਦੀ ਕਲਾਸ 'ਚ ਡਿਟੇਲ 'ਚ ਨਹੀਂ ਜਾ ਸਕਦਾ, ਮੇਰੀਆਂ ਮਜਬੂਰੀਆਂ ਨੇ, ਬਹੁਤ ਲੰਮੀ ਹੋ ਜਾਊਗੀ ਕਲਾਸ। ਇੱਕ ਵਿਵਾਦਿਤ ਟੁਕੜਾ ਭਾਰਤ ਅਤੇ ਪਾਕਿਸਤਾਨ। ਤੁਸੀਂ ਕਹੋਗੇ ਬੰਗਾਲ ਵਾਲੇ ਪਾਸੇ ਕਿਹੜਾ ਪਾਕਿਸਤਾਨ, ਉਦੋਂ ਉੱਧਰ ਈਸਟ ਪਾਕਿਸਤਾਨ, ਪੂਰਬੀ ਪਾਕਿਸਤਾਨ ਹੁੰਦਾ ਸੀ। ਇਹ ਕੇਸ ਸੁਪਰੀਮ ਕੋਰਟ 'ਚ ਗਿਆ ਅਤੇ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਸੁਣਾਉਂਦੇ ਹੋਏ ਇੱਕ ਇਤਿਹਾਸਕ ਫੈਸਲਾ ਸੁਣਾਇਆ ਕਿ ਪ੍ਰਸਤਾਵਨਾ ਜਾਣੀ ਕਿ ਪ੍ਰੈਂਬਲ ਸੰਵਿਧਾਨ ਦਾ ਅਭਿੰਨ ਅੰਗ ਨਹੀਂ ਹੈ। ਪ੍ਰੀਐਂਬਲ ਇਜ਼ ਨਾਟ ਅ ਇੰਟੀਗਰਲ ਪਾਰਟ ਆਫ ਕੌਨਸਟੀਟਿਊਸ਼ਨ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕੇਸ਼ਵ ਨੰਦਾ ਭਾਰਤੀ ਕੇਸ ਕਿਸੇ ਹੋਰ ਮਕਸਦ ਨੂੰ ਲੈ ਕੇ ਗਿਆ। ਉਹਦੇ 'ਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਯੈਸ ਪ੍ਰੀਐਂਬਲ ਇਜ਼ ਅ ਪਾਰਟ ਆਫ ਕੌਨਸਟੀਟਿਊਸ਼ਨ, ਕਿ ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ। ਉਸ ਤੋਂ ਬਾਅਦ ਕੋਈ ਇਹੋ ਜਿਹਾ ਵਿਵਾਦਿਤ ਕੇਸ ਨਹੀਂ ਹੋਇਆ। ਸੋ ਆਪਾਂ ਹੁਣ ਇਸੇ ਗੱਲ 'ਤੇ ਅੜਿੱਕਾਂ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਹੈ। ਇਹ ਗੱਲ ਕਹੀ ਗਈ ਆ ਕੇਸ਼ਵ ਨੰਦਾ ਭਾਰਤੀ ਕੇਸ 'ਚ। ਸੋ ਮੋਸਟ ਇੰਪੋਰਟੈਂਟ ਗੱਲ। ਸੋ ਇਹਦੇ 'ਚ ਪਹਿਲੀ ਗੱਲ ਪ੍ਰਸਤਾਵਨਾ ਬਾਰੇ ਮੈਂ ਕੁਛ ਗੱਲਾਂ ਕਲੀਅਰ ਕਰਤੀਆਂ। ਹੁਣ ਪ੍ਰਸਤਾਵਨਾ ਜਿਹੜੀ ਆ ਬੇਸਿਕਲੀ ਇਹਦੇ 'ਚ ਹੈ ਕੀ ਆ, ਅਸੀਂ ਭਾਰਤ ਦੇ ਲੋਕ, ਮਤਲਬ ਕਿ ਇੱਥੋਂ ਪਤਾ ਲੱਗ ਗਿਆ ਕਿ ਮੇਰੇ ਦੇਸ਼ ਦੇ ਸੰਵਿਧਾਨ ਨੂੰ ਤਾਕਤ ਕਿੱਥੋਂ ਮਿਲਦੀ ਆ। ਵਟ ਇਜ਼ ਸੋਰਸ ਆਫ ਐਨਰਜੀ, ਸੋਰਸ ਆਫ ਪਾਵਰ, ਤਾਕਤ ਦਾ ਸਰੋਤ ਕੀ ਆ। ਅਸੀਂ ਭਾਰਤ ਦੇ ਸੰਵਿਧਾਨ ਨੂੰ ਕਿਸੇ ਧਰਮ ਗੁਰੂ ਤੋਂ, ਧਾਰਮਿਕ ਗ੍ਰੰਥਾਂ ਤੋਂ ਤਾਕਤ ਨਹੀਂ ਮਿਲਦੀ, ਉਸ ਦੇਸ਼ 'ਚ ਰਹਿਣ ਵਾਲੇ ਭਾਰਤੀਆਂ ਤੋਂ ਤਾਕਤ ਮਿਲਦੀ ਆ।
ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਕਿਹੋ ਜਿਹਾ ਬਣਾਵਾਂਗੇ। ਆਹ ਗੱਲਾਂ ਯਾਦ ਕਰਿਓ। ਸੋਵਰਨ, ਸੋਵਰਨ ਦਾ ਮਤਲਬ ਹੁੰਦਾ ਪ੍ਰਭੂ ਸੱਤਾਧਾਰੀ। ਸ਼ਬਦ ਆ ਪ੍ਰਭੂ ਸੱਤਾਧਾਰੀ। ਉਹ ਦੇਸ਼ ਜਿਹੜਾ ਆਪਣੇ ਫੈਸਲੇ ਲੈਣ ਵਾਸਤੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਮੂੰਹ ਵੱਲ ਨਾ ਦੇਖੇ। ਸਮਾਜਵਾਦੀ, ਸੋਸ਼ਲਿਸਟ, ਜਿਹੜਾ ਦੇਸ਼ ਗਰੀਬਾਂ ਨੂੰ ਪਹਿਲ ਦੇ ਆਧਾਰ 'ਤੇ ਗਰੀਬੀ ਖਤਮ ਕਰਨ ਦਾ ਵਾਅਦਾ ਕਰੇ। ਗਰੀਬਾਂ ਦੀ ਸਰਕਾਰ ਨੂੰ ਆਪਾਂ ਸਮਾਜਵਾਦੀ ਸਰਕਾਰ ਦੀ ਨਜ਼ਰੀਏ ਤੋਂ ਦੇਖ ਸਕਦੇ ਹਾਂ। ਧਰਮ ਨਿਰਪੱਖ ਯਾਨੀ ਕਿ ਸੈਕੂਲਰ, ਉਹ ਸਰਕਾਰ ਜਿਹੜੀ ਆਪਣੇ ਸਰਕਾਰੀ ਕੰਮਕਾਜ ਕਰਦੇ ਹੋਏ ਕਿਸੇ ਵੀ ਧਰਮ ਨਾਲ ਪੱਖਪਾਤ ਨਾ ਕਰੇ। ਲੋਕਤੰਤਰਿਕ, ਡੈਮੋਕ੍ਰੇਟਿਕ, ਉਹ ਸਰਕਾਰ ਜਿਹਨੇ ਇਸ ਦੇਸ਼ 'ਤੇ ਰਾਜ ਕਰਨਾ ਹੈ, ਚੰਗੀ ਹੋਵੇ ਚਾਹੇ ਮਾੜੀ ਹੋਵੇ, ਪਰ ਲੋਕਾਂ ਦੁਆਰਾ ਚੁਣੀ ਹੋਵੇ। ਗਣਰਾਜ ਯਾਨੀ ਕਿ ਰਿਪਬਲਿਕ, ਉਹ ਦੇਸ਼ ਜਿਸ ਦਾ ਮੁਖੀਆ ਭਾਵੇਂ ਕਿਸੇ ਦੇਸ਼ ਦਾ ਮੁਖੀਆ ਰਾਸ਼ਟਰਪਤੀ ਆ, ਭਾਵੇਂ ਰਾਜਾ ਹੈ, ਪਰ ਉਹ ਚੁਣਿਆ ਗਿਆ ਹੋਵੇ। ਜਿਵੇਂ ਸਾਡੇ ਦੇਸ਼ ਦਾ ਰਾਸ਼ਟਰਪਤੀ ਆ, ਬੇਸ਼ੱਕ ਉਹਦੇ ਹੱਥ 'ਚ ਚਵਾਨੀ ਦੀਆਂ ਪਾਵਰਾਂ ਨਾ ਹੋਣ, ਉਹ ਰਬੜ ਦੀ ਮੋਹਰ ਹੋਵੇ ਰਾਸ਼ਟਰਪਤੀ, ਪਰ ਉਹ ਚੁਣਿਆ ਗਿਆ ਹੋਵੇ। ਗਣਰਾਜ, ਇਹ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਕੁਝ ਗੱਲਾਂ ਕਿ ਅਸੀਂ ਆਪਣੇ ਦੇਸ਼ ਨੂੰ ਸੋਵਰਨ, ਸੋਸ਼ਲਿਸਟ, ਡੈਮੋਕ੍ਰੇਟਿਕ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਰਿਪਬਲਿਕ ਬਣਾਵਾਂਗੇ। ਸੋਵਰਨ ਸ਼ਬਦ, ਡੈਮੋਕ੍ਰੇਟਿਕ ਤੇ ਰਿਪਬਲਿਕ, ਇਹ ਓਰੀਜਨਲ ਕਨਸਟੀਟਿਊਸ਼ਨ 'ਚ ਸੀਗੇ। ਪਰ ਜਿਹੜਾ ਸ਼ਬਦ ਆ ਸਮਾਜਵਾਦੀ ਤੇ ਜਿਹੜਾ ਹੈ ਧਰਮ ਨਿਰਪੱਖ, ਸੈਕੂਲਰ ਤੇ ਸੋਸ਼ਲਿਸਟ, ਇਹਨਾਂ ਸ਼ਬਦਾਂ ਨੂੰ ਜਦੋਂ ਭਾਰਤ ਦੇ ਪ੍ਰੈਂਬਲ ਨੂੰ ਸੋਧਿਆ ਗਿਆ, ਮੇਰੇ ਦੇਸ਼ ਦੇ ਸੰਵਿਧਾਨ ਨੂੰ 105 ਵਾਰ ਅਮੈਂਡ ਕੀਤਾ ਜਾ ਚੁੱਕਿਆ ਹੈ। 105 ਟਾਈਮਜ਼, 105 ਵਾਰ। ਪਰ ਪ੍ਰਸਤਾਵਨਾ ਨੂੰ ਅੱਜ ਤੱਕ ਸਿਰਫ ਇੱਕੋ ਵਾਰ ਅਮੈਂਡ ਕੀਤਾ ਹੈ, 42ਵੀਂ ਅਮੈਂਡਮੈਂਟ ਨਾਲ। ਇੰਦਰਾ ਗਾਂਧੀ ਦੀ ਸਰਕਾਰ ਸੀ, ਐਮਰਜੈਂਸੀ ਲੱਗੀ ਹੋਈ ਸੀ। 42nd ਕਨਸਟੀਟਿਊਸ਼ਨਲ ਅਮੈਂਡਮੈਂਟ, 42ਵੀਂ ਸੰਵਿਧਾਨਕ ਸੋਧ 1976। ਉਦੋਂ ਸੰਵਿਧਾਨ 'ਚ 3 ਸ਼ਬਦ ਜੋੜੇ ਗਏ ਸੀ, ਪ੍ਰੈਂਬਲ 'ਚ, ਸੌਰੀ, ਪ੍ਰਸਤਾਵਨਾ 'ਚ। ਇੱਕ ਸਮਾਜਵਾਦ, ਸੋਸ਼ਲਿਸਟ, ਇੱਕ ਧਰਮ ਨਿਰਪੱਖ, ਸੈਕੂਲਰ, ਇੱਕ ਥੱਲੇ 'ਚ ਜਾ ਕੇ ਯੂਨਿਟੀ ਤਾਂ ਪਹਿਲਾਂ ਹੀ ਸੀ, ਇੰਟੀਗ੍ਰੇਟੀ ਬਾਅਦ 'ਚ ਜੋੜਿਆ ਗਿਆ ਸੀ। ਯੂਨਿਟੀ ਦਾ ਮਤਲਬ ਹੁੰਦਾ ਏਕਤਾ, ਇੰਟੀਗ੍ਰੇਟੀ ਦਾ ਮਤਲਬ ਹੁੰਦਾ ਅਖੰਡਤਾ। ਅਖੰਡਤਾ ਸ਼ਬਦ ਬਾਅਦ 'ਚ ਜੋੜਿਆ ਗਿਆ ਸੀ। ਸੋ ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਇੱਕ ਪ੍ਰਭੂ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰਿਕ ਅਤੇ ਗਣਰਾਜ ਬਣਾਵਾਂਗੇ। ਅਤੇ ਉਸ ਦੇ ਨਾਲ ਨਾਲ ਸਾਡੇ ਦੇਸ਼ ਦੇ ਨਾਗਰਿਕਾਂ ਵਾਸਤੇ, ਫॉर ਓਵਰ ਆਲ ਸਿਟੀਜ਼ਨਸ, ਸਾਡੇ ਦੇਸ਼ ਦੇ ਨਾਗਰਿਕਾਂ ਵਾਸਤੇ ਕੀ ਕੀ ਪ੍ਰਬੰਧ ਕਰਾਂਗੇ। ਨਿਆਂ ਯਾਨੀ ਕਿ ਜਸਟਿਸ, ਲਿਬਰਟੀ ਯਾਨੀ ਕਿ ਆਜ਼ਾਦੀ, ਸੁਤੰਤਰਤਾ, ਇਕੁਐਲਿਟੀ ਯਾਨੀ ਕਿ ਸਮਾਨਤਾ, ਤੇ ਫਰੈਟਰਨਿਟੀ ਯਾਨੀ ਕਿ ਭਾਈਚਾਰਾ। ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਕੀ ਦੇਵਾਂਗੇ? ਜਸਟਿਸ ਦੇਵਾਂਗੇ, ਯਾਨੀ ਕਿ ਨਿਆਂ ਦੇਵਾਂਗੇ। ਕਿੰਨੇ ਪ੍ਰਕਾਰ ਦਾ ਨਿਆਂ? ਤੁਸੀਂ ਕਹੋਗੇ ਇਹ ਕੀ ਗੱਲ ਬਣੀ? ਸੰਵਿਧਾਨ ਦੀ ਪ੍ਰਸਤਾਵਨਾ 'ਚ 3 ਪ੍ਰਕਾਰ ਦਾ ਨਿਆਂ ਦਿੱਤਾ ਗਿਆ ਹੈ। ਪਹਿਲਾ ਨਿਆਂ ਦਿੱਤਾ ਗਿਆ ਸਮਾਜਿਕ, ਕਿ ਸਮਾਜਿਕ ਤੌਰ 'ਤੇ ਅਸੀਂ ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਬੋਲਾਂਗੇ, ਕਿਸੇ ਨੂੰ ਦਲਿਤ ਨਹੀਂ ਕਵਾਂਗੇ, ਐਂ ਨਹੀਂ ਕਵਾਂਗੇ, ਉਵੇਂ ਨਹੀਂ ਕਵਾਂਗੇ। ਦੂਜਾ ਨਿਆਂ ਦੇਵਾਂਗੇ ਅਸੀਂ ਇਕਨੋਮਿਕ, ਯਾਨੀ ਕਿ ਆਰਥਿਕ। ਜਿਹੜੇ ਗਰੀਬ ਹੋਣਗੇ ਉਹਨਾਂ ਨੂੰ ਇਕਨੋਮਿਕ ਰਿਜ਼ਰਵੇਸ਼ਨ ਦੇਵਾਂਗੇ, ਗਰੀਬਾਂ ਨੂੰ ਘਰ ਬਣਾ ਕੇ ਦੇਵਾਂਗੇ, ਗਰੀਬਾਂ ਵਾਸਤੇ ਸਰਕਾਰ ਆਟਾ, ਅਨਾਜ, ਦਾਣਾ ਫ੍ਰੀ ਕਰੂਗੀ। ਤੀਜਾ ਪੋਲੀਟੀਕਲ, ਜਿਹੜੇ ਗਰੀਬ ਤੇ ਪਿਛੜੇ ਹੋਣਗੇ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਰਾਖਵਾਂਕਰਨ ਦੇ ਕੇ, ਰਿਜ਼ਰਵੇਸ਼ਨ ਦੇ ਕੇ ਅੱਗੇ ਲੈ ਕੇ ਆਵਾਂਗੇ। 3 ਪ੍ਰਕਾਰ ਦਾ ਜਸਟਿਸ ਦੇਵਾਂਗੇ, 3 ਟਾਈਪ ਆਫ ਜਸਟਿਸ, 3 ਪ੍ਰਕਾਰ ਦਾ ਨਿਆਂ। ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਮਤਲਬ ਸਮਾਜਿਕ, ਆਰਥਿਕ ਤੇ ਰਾਜਨੀਤਿਕ। ਫਿਰ ਦੇਵਾਂਗੇ ਅਸੀਂ ਉਹਨਾਂ ਨੂੰ ਆਜ਼ਾਦੀ, ਸੁਤੰਤਰਤਾ। ਕਿਹਦੀ? ਆਪਣੀ ਸੋਚ ਦੀ, ਆਪਣੇ ਵਿਚਾਰਾਂ ਦੀ, ਆਪਣੇ ਵਿਸ਼ਵਾਸ ਦੀ, ਆਪਣੇ ਸੋਚ ਦੀ, ਵਿਚਾਰਾਂ ਦੀ, ਆਪਣੇ ਜਿਸ ਚੀਜ਼ ਨੂੰ ਲੈ ਕੇ ਤੁਹਾਡੀ ਬਲੀਫ ਆ, ਯਕੀਨ ਦੀ, ਤੁਸੀਂ ਕਿੱਥੇ ਵਿਸ਼ਵਾਸ ਕਰਦੇ ਹੋ, ਤੇ ਪੂਜਾ ਦੀ। ਮਤਲਬ ਲਿਬਰਟੀ 5 ਤਰੀਕੇ ਦੀ ਦੇਵਾਂਗੇ। ਥੋਟ ਐਕਸਪ੍ਰੈਸ਼ਨ, ਥੋਟਸ ਦੀ, ਐਕਸਪ੍ਰੈਸ਼ਨ ਦੀ, ਬਲੀਫ ਦੀ, ਫੇਥ ਦੀ ਤੇ ਵਰਸ਼ਿਪ ਦੀ। ਠੀਕ ਆ? ਤੁਹਾਡੀ ਸੋਚ, ਤੁਹਾਡੀ ਵਿਸ਼ਵਾਸ, ਤੁਹਾਡੀ ਮਤ, ਤੁਹਾਡਾ ਯਕੀਨ ਤੇ ਤੁਹਾਡੀ ਪੂਜਾ। ਹਰ 5 ਪ੍ਰਕਾਰ ਦੀ ਕੁੱਲ ਮਿਲਾ ਕੇ ਤੁਹਾਨੂੰ ਪੂਰੇ ਤਰੀਕੇ ਨਾਲ ਆਪਣੇ ਧਰਮ ਨੂੰ ਸੋਚਣ ਤੋਂ ਲੈ ਕੇ, ਸਮਝਣ ਤੋਂ ਲੈ ਕੇ ਪੂਜਾ ਕਰਨ ਤੱਕ ਦੀ ਆਜ਼ਾਦੀ ਦੇਵਾਂਗੇ ਅਸੀਂ। ਸੋ ਇਹ ਕਿੱਡੀ ਵੱਡੀ ਗੱਲ ਆ, ਕਿੰਨੀ ਆਜ਼ਾਦੀ ਆ। ਤੀਜੀ ਦੇਵਾਂਗੇ ਅਸੀਂ ਤੁਹਾਨੂੰ ਸਮਾਨਤਾ। ਕਿਹਦੀ? ਸਮਾਨਤਾ ਅਸੀਂ 2 ਤਰੀਕੇ ਦੀ ਦੇਵਾਂਗੇ, ਤੁਹਾਡੇ ਸਟੇਟਸ ਦੀ ਤੇ ਓਪਰਚੁਨਿਟੀ ਦੀ। ਇੱਕ ਤਾਂ ਤੁਹਾਡੀ ਪ੍ਰਤਿਸ਼ਠਾ, ਮਤਲਬ ਕਿ ਤੁਹਾਡੇ ਲੈਵਲ ਦੀ, ਤੁਹਾਡੇ ਸਟੇਟਸ ਦੀ ਆਜ਼ਾਦੀ, ਤੇ ਦੂਜੀ ਤੁਹਾਨੂੰ ਮੌਕਿਆਂ ਦੀ ਆਜ਼ਾਦੀ। ਇਹ ਨਹੀਂ ਕਿਸੇ ਨੂੰ ਵੱਧ ਮੌਕੇ, ਕਿਸੇ ਨੂੰ ਘੱਟ, ਸਭ ਨੂੰ ਬਰਾਬਰ ਮੌਕੇ। ਓਪਰਚੁਨਿਟੀਜ਼ ਦੀ ਵੀ ਆਜ਼ਾਦੀ ਦੇਵਾਂਗੇ। ਅਤੇ ਉਸ ਦੇ ਨਾਲ ਟੂ ਪ੍ਰਮੋਟ ਅਮੰਗ ਦੈਮ ਆਲ, ਤੇ ਸਾਰੇ ਲੋਕਾਂ ਦੇ ਵਿੱਚ ਅਸੀਂ ਪੈਦਾ ਕਰਾਂਗੇ ਭਾਈਚਾਰਾ।
ਫਰੈਟਰਨਿਟੀ ਮਤਲਬ ਭਾਈਚਾਰਾ ਪੈਦਾ ਕਰਾਂਗੇ ਸਾਰੇ ਦੇਸ਼ ਦੇ ਲੋਕਾਂ 'ਚ। ਕਿਉਂ ਕਰਾਂਗੇ? ਦੋ ਚੀਜ਼ਾਂ ਨੂੰ ਸ਼ੋਰ ਕਰਦੇ ਹੋਏ। ਇੱਕ ਤਾਂ ਕਹਿੰਦੇ ਕਿਸੇ ਬੰਦੇ ਦੀ ਡਿਗਨਿਟੀ ਅਣਖ ਨੂੰ ਠੇਸ ਨਾ ਪਹੁੰਚੇ, ਕਿਸੇ ਮਨੁੱਖ ਦੀ ਅਣਖ ਨੂੰ ਠੇਸ ਵੀ ਨਾ ਪਹੁੰਚੇ, ਪਲੱਸ ਨੇਸ਼ਨ ਦੀ ਯੂਨਿਟੀ ਤੇ ਇੰਟੀਗ੍ਰਿਟੀ ਵੀ ਬਰਕਰਾਰ ਰਵੇ। ਇੱਕ ਪਾਸੇ ਮੈਂ ਇਸ ਦੇਸ਼ ਦਾ ਨਾਗਰਿਕ ਹਾਂ, ਇੱਕ ਤਾਂ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਵੀ ਨੁਕਸਾਨ ਨਾ ਪਹੁੰਚੇ ਦੂਜੇ ਪਾਸੇ, ਤੇ ਇਸ ਪਾਸੇ ਮੇਰੀ ਵੀ ਕਿਤੇ ਅਣਖ ਨੂੰ ਠੇਸ ਨਾ ਪਹੁੰਚ ਜੇ। ਦੋ ਚੀਜ਼ਾਂ ਪੈਰਲਲ ਮੇਨਟੇਨ ਰਹਿਣ। ਕਿਹੜੀਆਂ ਕਿਹੜੀਆਂ? ਮੇਰੀ ਡਿਗਨਿਟੀ, ਇੱਕ ਮਨੁੱਖ ਦੀ ਅਣਖ, ਤੇ ਦੇਸ਼ ਦੀ ਏਕਤਾ ਤੇ ਅਖੰਡਤਾ। ਇਹ ਪੂਰੇ ਦਾ ਪੂਰਾ ਪੜ੍ਹ ਕੇ ਸੁਣਾਤਾ। ਅਤੇ ਸੰਵਿਧਾਨ ਸਭਾ 'ਚ ਨਵੰਬਰ ਦਾ 26th ਡੇ ਮਤਲਬ 26ਵਾਂ ਦਿਨ 1949 ਨੂੰ ਅਸੀਂ ਇਸ ਸੰਵਿਧਾਨ ਨੂੰ ਅਡੋਪਟ ਕਰਦੇ ਹਾਂ, ਲਾਗੂ ਕਰਦੇ ਹਾਂ ਤੇ ਅਪਣਾਉਂਦੇ ਹਾਂ। ਸੋ ਅਸੀਂ ਇਹ ਬਹੁਤ ਇੰਪੋਰਟੈਂਟ ਗੱਲ ਸੀ। ਇਹ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਜਦੋਂ 26 ਤਰੀਕ ਆ ਗਈ ਤਾਂ ਪਤਾ ਲੱਗ ਗਿਆ ਬੇਸ਼ੱਕ ਇਹ ਸਾਡੇ ਸੰਵਿਧਾਨ ਦੇ ਸ਼ੁਰੂ 'ਚ ਲਿਖੀ ਗਈ ਹੈ, ਬੇਸ਼ੱਕ ਇਹਨੂੰ ਬਾਅਦ 'ਚ ਸ਼ੁਰੂ 'ਚ ਲਿਖ ਦਿੱਤਾ ਗਿਆ, ਪਰ ਇਹਨੂੰ ਕੰਪਲੀਟ ਸਭ ਤੋਂ ਲਾਸਟ 'ਚ ਕੀਤਾ ਗਿਆ। ਵੈਰੀ ਇੰਪੋਰਟੈਂਟ ਪੁਆਇੰਟ। ਸੋ ਬਹੁਤ ਇੰਪੋਰਟੈਂਟ ਪੁਆਇੰਟ ਸੀਗਾ। ਮੈਂ ਪੂਰੇ ਸੰਵਿਧਾਨ ਦੀ ਪ੍ਰਸਤਾਵਨਾ ਇੰਗਲਿਸ਼ ਤੇ ਪੰਜਾਬੀ 'ਚ ਪੜ੍ਹ ਕੇ ਸੁਣਾਈ ਹੈ ਤੁਹਾਨੂੰ। ਹਾਂਜੀ ਦੇਖੋ, ਹੋਰ ਵੀ ਬੜੀ ਇੰਪੋਰਟੈਂਟ ਗੱਲ, ਨਵੰਬਰ 1949 ਦੀ ਇਹ ਨਹੀਂ ਪਾਇਆ 26 ਨਵੰਬਰ 1949 ਨਾ, 26ਵਾਂ ਦਿਨ। ਇਹੋ ਜਿਹੀਆਂ ਗੱਲਾਂ ਪੇਪਰ 'ਚ ਪੁੱਛ ਲੈਂਦੇ ਆ ਕਿ ਸੰਵਿਧਾਨ 'ਚ 26 ਤਰੀਕ ਕਿਵੇਂ ਪਾਈ ਹੋਈ ਹੈ। ਨਵੰਬਰ 26 1949, 26 ਨਵੰਬਰ 1949, ਨਵੰਬਰ 1949 ਦਾ 26ਵਾਂ ਦਿਨ, ਐਵੇਂ ਆਪਸ਼ਨਾਂ ਬਣਾ ਦਿੰਦੇ ਆ। ਸੋ ਅਸੀਂ ਉਲਝ ਜਾਂਦੇ ਹਾਂ ਕਿ ਪਤਾ ਨਹੀਂ ਇਹ ਤਾਂ ਇੱਕੋ ਜਿਹੀ ਗੱਲ ਲੱਗਦੀ ਹੈ, ਪਰ ਨਹੀਂ। ਜਿਹਨੇ ਪ੍ਰੈਂਬਲ ਯਾਨੀ ਕਿ ਪ੍ਰਸਤਾਵਨਾ ਚੰਗੀ ਤਰ੍ਹਾਂ ਪੜ੍ਹੀ ਆ ਉਹ ਤਾਂ ਮਾਰ ਗਿਆ ਮੱਲਾਂ। ਫਿਰ ਉਹੀ ਗੱਲ, ਕੋਈ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਤੇ ਕਨਫਿਊਜ਼ ਆ ਕਿ ਅਸੀਂ ਇਹ ਜੋ ਸਕਰੀਨ 'ਤੇ ਪੜ੍ਹਾ ਰਹੇ ਹਾਂ ਇਹ ਕਿਵੇਂ ਅਵੇਲੇਬਲ ਹੋਊਗਾ, ਇਸ ਨੰਬਰ 'ਤੇ ਕਾਲ ਕਰੋ, ਵਟਸਐਪ ਕਰੋ, ਠੀਕ ਆ। ਇਹਦੇ ਨਾਲ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਵੈਸੇ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲੂਗਾ। ਸੋ ਜੋ ਕੁਛ ਅਸੀਂ ਪੜ੍ਹਾ ਰਹੇ ਹਾਂ ਉਹਦੀ ਹਾਰਡ ਕਾਪੀ ਦੇ ਫੋਰਮ 'ਚ ਜੇ ਤੁਸੀਂ ਦੇਖੋ, ਆਹ ਇੱਕ ਬਹੁਤ ਇੰਪੋਰਟੈਂਟ ਕਿਤਾਬ ਆਲਮੋਸਟ ਸਾਡੇ ਵੱਲੋਂ ਤਿਆਰ ਹੋ ਗਈ ਆ, ਪਰ ਇਸ ਕਿਤਾਬ ਨੂੰ ਮੰਗਵਾਏ ਸਿਰਫ ਉਹੀ, ਕਿਉਂਕਿ ਬਹੁਤ ਬੱਚੇ ਧੋਖੇ 'ਚ ਗਲਤ ਕਿਤਾਬ ਮੰਗਵਾ ਲੈਂਦੇ। ਅਸੀਂ ਕਿਸੇ ਤਰੀਕੇ ਦੇ ਧੋਖੇ 'ਚ ਨਹੀਂ ਰੱਖਣਾ ਚਾਹੁੰਦੇ। ਇਹ ਕਿਤਾਬ ਸਿਰਫ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਟਾਰਗੇਟ ਕਰੂਗੀ। ਪਹਿਲੀ ਗੱਲ, ਇਸੇ ਪਟਿਆਲਾ ਕਲਾਸਿਸ ਦੇ ਪਲੇਟਫਾਰਮ 'ਤੇ ਬਣੀ ਆ। ਮਾਧਿਅਮ ਪੰਜਾਬੀ ਆ, ਠੀਕ ਆ। ਇੰਗਲਿਸ਼ ਪੰਜਾਬੀ ਕੰਪਿਊਟਰ, ਸੋ ਮੈਥ ਰੀਜ਼ਨਿੰਗ ਜੀਕੇ। ਅਸੀਂ ਇੱਕ ਬਹੁਤ ਵੱਡਾ ਐਫਰਟ ਕਰਨ ਜਾ ਰਹੇ ਹਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਕੁਛ ਅਸੀਂ ਸਕਰੀਨ 'ਤੇ ਪੜ੍ਹਾਉਣਾ, ਕੋਸ਼ਿਸ਼ ਨਹੀਂ, ਅਸੀਂ ਕਰਤਾ ਉਹ ਸਭ ਕੁਛ ਕਿ ਜੋ ਅਸੀਂ ਸਕਰੀਨ 'ਤੇ ਪੜ੍ਹਾਉਣਾ ਉਹਨੂੰ ਅਸੀਂ ਤਿਆਰ ਕਰਕੇ ਇਹਨਾਂ ਕਿਤਾਬਾਂ 'ਚ ਫਿੱਟ ਕਰਤਾ ਹੈ, ਤਾਂ ਜੋ ਜਿਹੜਾ ਬੱਚਾ ਇਹਨਾਂ ਵੀਡੀਓਜ਼ ਨੂੰ ਦੇਖ ਰਿਹਾ ਹੈ ਉਹ ਜੇ ਕਿਤਾਬ ਸਾਹਮਣੇ ਰੱਖੂਗਾ ਤਾਂ ਉਹਨੂੰ ਪਤਾ ਹੋਊਗਾ ਕਿ ਇਹ ਜੋ ਚੱਲ ਰਿਹਾ ਉਹ ਕੀ ਹੈ, ਠੀਕ ਆ। ਸੋ ਇਸ ਕਿਤਾਬ ਨੂੰ, ਇਸ ਤੋਂ ਬਿਨਾਂ ਜਿਹੜੇ ਬੱਚੇ ਪੰਜਾਬੀ ਪੇਪਰ A ਦੇਣਾ ਚਾਹੁੰਦੇ ਆ, ਅਸੀਂ ਪੰਜਾਬੀ ਮੀਡੀਅਮ 'ਚ ਇੱਕ ਲੈਵਲ ਤੱਕ ਤਾਂ ਪਹੁੰਚ ਹੀ ਗਏ ਹਾਂ, ਤੁਹਾਨੂੰ ਪਤਾ ਹੀ ਹੋਊਗਾ। ਤਾਂ ਪੰਜਾਬੀ ਪੇਪਰ A ਵਾਸਤੇ ਕਿਤਾਬ ਹੋਵੇ, ਚਾਹੇ ਤੁਸੀਂ TCS ਦੀ ਪੰਜਾਬ ਪੁਲਿਸ ਦੇ ਪੁਰਾਣੇ ਪੇਪਰਾਂ ਦੀ ਕਿਤਾਬ ਹੋਵੇ, ਠੀਕ ਹੈ। ਇਸ ਤੋਂ ਬਿਨਾਂ ਵੀ ਅਸੀਂ ਪੰਜਾਬ ਦੇ MCQs ਦੀ ਪੰਜਾਬੀ ਇੰਗਲਿਸ਼ ਮੀਡੀਅਮ, ਵੈਸੇ ਹਿਸਟਰੀ ਦੇ MCQs ਦੀ ਕਿਤਾਬ ਮੰਗਵਾਉਣ ਦਾ ਕੋਈ ਫਾਇਦਾ ਨਹੀਂ ਹੁਣ, ਸਿਰਫ ਉਹਨਾਂ ਨੂੰ ਫਾਇਦਾ ਜਿਹੜੇ ਲੈਕਚਰਾਰ ਅਤੇ ਮਾਸਟਰ ਕੈਡਰ ਦਾ, ਕਿਉਂਕਿ ਅਦਰਵਾਈਜ਼ ਪੰਜਾਬ ਦੇ ਪੇਪਰਾਂ ਦੀ ਵੈਲਿਊ ਨੂੰ ਧਿਆਨ 'ਚ ਰੱਖਦੇ ਆਹ ਕਿਤਾਬ ਮੰਗਵਾ ਸਕਦੇ ਹੋ। ਅਸੀਂ ਆਪ ਕਹਿ ਦਾਂਗੇ ਕਿ ਕਿੰਨਾ ਦੇ ਫਾਇਦੇਮੰਦ ਵਾਸਤੇ ਆ। ਕਿਸੇ ਨੇ ਕੋਈ ਵੀ ਕਿਤਾਬ ਮੰਗਵਾਉਣੀ ਆ, ਮੇਰੀ ਇੱਕ ਸਲਾਹ ਹੈ ਕਿ ਨੰਬਰ ਇੱਕੋ ਹੀ ਕਾਲ ਕਰਿਓ, 77 078 0072। ਇਸ ਤੋਂ ਬਿਨਾਂ ਤੁਸੀਂ ਕਿਸੇ ਹੋਰ ਨੰਬਰ 'ਤੇ ਪੈਸੇ ਪਾ ਦੋਗੇ, ਜਿਵੇਂ ਮੈਂ ਦੇਖਿਆ ਸੀ ਇੱਕ ਸਟੂਡੈਂਟ ਨੇ ਸਾਨੂੰ ਡਾਇਰੈਕਟ ਪੇਮੈਂਟ ਕਰਤੀ, ਇਸ ਨੰਬਰ ਨੂੰ ਬਾਈਪਾਸ ਕਰਤਾ, ਅਸੀਂ ਭੁੱਲ ਗਏ ਅਤੇ ਉਹਦੀ ਕਿਤਾਬ ਵੀ ਉਹਨੂੰ ਨਹੀਂ ਭੇਜ ਸਕੇ। ਸੋ ਬੱਚੇ ਨੂੰ ਕਈ ਵਾਰੀ ਲੱਗਦਾ ਕਿ ਪਤਾ ਨਹੀਂ ਮੇਰੇ ਨਾਲ ਐਵੇਂ ਕਿਉਂ ਕਰਤਾ। ਅਸਲ ਦੇ ਵਿੱਚ ਅਸੀਂ ਇੱਕੋ ਨੰਬਰ ਤਾਂ ਰੱਖਿਆ ਕਿ ਕਿਸੇ ਪ੍ਰਕਾਰ ਦੀ ਵੀ ਕਨਫਿਊਜ਼ਨ ਕਿਸੇ ਬੱਚੇ ਨੂੰ ਨਾ ਹੋ ਜੇ, ਠੀਕ ਹੈ। ਸੋ ਖੈਰ, ਹੁਣ ਅਸੀਂ ਕੰਟੀਨਿਊ ਕਰਦੇ ਹਾਂ। ਵੈਸੇ ਵੀ ਜਿਹੜੀ ਚੀਜ਼ ਆ ਅੱਗੇ ਪੁਆਇੰਟਾਂ ਦੇ ਰੂਪ 'ਚ ਲਿਖੀ ਹੋਈ ਆ, ਮੈਂ ਚੰਗੀ ਤਰ੍ਹਾਂ ਪੜ੍ਹਾਈ ਚੁੱਕਿਆ ਕਿ ਪ੍ਰੈਂਬਲ ਨੂੰ ਤਾਕਤ ਕਿੱਥੋਂ ਮਿਲਦੀ ਆ, ਇਹਦੀ ਸ਼ਕਤੀ ਦਾ ਸਰੋਤ ਕੀ ਆ। ਸ਼ਕਤੀ ਦਾ ਸਰੋਤ ਆ ਅਸੀਂ ਭਾਰਤ ਦੇ ਲੋਕ। ਅਸੀਂ ਕਿਵੇਂ ਦਾ ਦੇਸ਼ ਬਣਾਉਣਾ ਹੈ? ਅਸੀਂ ਇੱਕ ਪ੍ਰਭੂ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰਿਕ ਗਣਰਾਜ ਬਣਾਉਣਾ ਹੈ। ਤੀਸਰੀ ਚੀਜ਼, ਸੰਵਿਧਾਨ ਦਾ ਉਦੇਸ਼ ਕੀ ਆ? 3 ਪ੍ਰਕਾਰ ਦਾ ਲੋਕਾਂ ਨੂੰ ਨਿਆਂ ਦੇਣਾ ਹੈ, 5 ਪ੍ਰਕਾਰ ਦੀ ਲੋਕਾਂ ਨੂੰ ਸੁਤੰਤਰਤਾ ਦੇਣੀ ਹੈ,
ਤੇ ਉਸ ਤੋਂ ਬਾਅਦ ਤੀਸਰੀ ਚੀਜ਼ ਲੋਕਾਂ ਨੂੰ ਉਹ ਦੇਣੀ ਆ ਇਕੁਐਲਿਟੀ ਕਿਹਦੀ, ਇੱਕ ਆਪਣੀ ਪ੍ਰਤਿਸ਼ਠਾ ਦੀ ਤੇ ਇੱਕ ਅਫਸਰਾਂ ਦੀ। ਸੋ ਕੁੱਲ ਮਿਲਾ ਕੇ ਦੇਸ਼ ਨੂੰ ਕੀ ਕੀ ਮਿਲੂਗਾ, ਜਸਟਿਸ, ਲਿਬਰਟੀ, ਇਕੁਐਲਿਟੀ ਤੇ ਫਰੈਟਰਨਿਟੀ। ਜਸਟਿਸ ਮਤਲਬ ਨਿਆਂ, ਤੇ ਮੈਂ ਤੁਹਾਨੂੰ ਗੱਲ ਦੱਸਦਾ, ਨਿਆਂ ਦੀ ਗੱਲ ਅਸੀਂ ਰਸ਼ੀਆ ਦੀ ਕ੍ਰਾਂਤੀ ਤੋਂ ਲਈ ਆ। ਰਸ਼ੀਆ ਦੀ ਕ੍ਰਾਂਤੀ ਨਿਆਂ ਦੇ ਆਧਾਰ ਤੇ ਲੜੀ ਗਈ ਸੀ 1917 'ਚ। ਤੇ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਮਤਲਬ ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ, ਇਸ ਆਧਾਰ ਤੇ ਲੜੀ ਗਈ ਸੀ ਫਰਾਂਸ ਦੀ ਕ੍ਰਾਂਤੀ, ਫ੍ਰੈਂਚ ਰੈਵੋਲੂਸ਼ਨ। ਫਰਾਂਸ ਦੀ ਕ੍ਰਾਂਤੀ 1799 'ਚ ਲੂਈਸ 16 ਦੇ ਖਿਲਾਫ, ਉਸ ਟਾਈਮ ਦੇ ਰਾਜੇ ਦੇ ਖਿਲਾਫ। ਇਹ ਤਿੰਨ ਸ਼ਬਦ ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਫਰਾਂਸ ਦੀ ਕ੍ਰਾਂਤੀ ਤੋਂ ਲਏ ਆ। ਨਿਆਂ, ਜਸਟਿਸ ਰਸ਼ੀਆ ਦੀ ਕ੍ਰਾਂਤੀ ਤੋਂ ਲਿਆ ਹੈ। ਸੋ ਇਹ ਵੀ ਚੀਜ਼ ਜਿਹੜੀ ਆ ਬਹੁਤ ਇੰਪੋਰਟੈਂਟ ਆ। ਤੀਸਰੀ ਗੱਲ, ਸੰਵਿਧਾਨ ਦਾ ਉਦੇਸ਼ ਕੀ ਆ ਪਤਾ ਲੱਗ ਗਿਆ। ਚੌਥੀ ਗੱਲ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ 'ਚ ਹੀ ਇਹ ਲਿਖਿਆ ਗਿਆ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ 26 ਨਵੰਬਰ 1949 ਨੂੰ ਅਪਣਾ ਲਿਆ, ਪਰ ਉੱਥੇ ਇਸ ਤਰੀਕ ਨੂੰ ਲਿਖਿਆ ਬੜੇ ਤਰੀਕੇ ਨਾਲ ਗਿਆ ਹੈ, 1949 ਦਾ 26ਵਾਂ ਦਿਨ। ਇਹ ਗੱਲ ਬਹੁਤ ਇੰਪੋਰਟੈਂਟ ਆ, ਕਿਉਂਕਿ ਕੀ ਪਤਾ ਕੱਲ੍ਹ ਨੂੰ ਕੌਣ ਉਲਝਾ ਦੇ। ਭਾਰਤ ਦੇ ਸੰਵਿਧਾਨ ਦੇ ਵਿੱਚ ਅੱਜ ਤੱਕ ਸਿਰਫ ਇੱਕੋ ਵਾਰ ਸੋਧ ਹੋਈ ਆ, ਓਨਲੀ ਵਨ ਕੌਨਸਟੀਟਿਊਸ਼ਨਲ ਅਮੈਂਡਮੈਂਟ, ਸਿਰਫ ਤੇ ਸਿਰਫ ਇੱਕੋ ਸੰਵਿਧਾਨਕ ਸੋਧ 1976 'ਚ। ਮੇਰੇ ਦੇਸ਼ ਦਾ ਪੂਰਾ ਸੰਵਿਧਾਨ 105 ਵਾਰ ਸੋਧਿਆ ਜਾ ਚੁੱਕਿਆ ਹੈ, ਪਰ ਪ੍ਰੈਂਬਲ ਸਿਰਫ ਇੱਕ ਵਾਰ, ਪ੍ਰੈਂਬਲ ਸਿਰਫ ਇੱਕ ਵਾਰ ਹੀ ਸੋਧਿਆ ਗਿਆ ਹੈ 1976 'ਚ, ਜਦੋਂ ਧਰਮ ਨਿਰਪੱਖ, ਜਦੋਂ ਤਿੰਨ ਸ਼ਬਦ ਸਮਾਜਵਾਦੀ, ਧਰਮ ਨਿਰਪੱਖ ਤੇ ਅਖੰਡਤਾ, ਏਕਤਾ ਯਾਨੀ ਕਿ ਯੂਨਿਟੀ ਤਾਂ ਪਹਿਲਾਂ ਹੀ ਸੀ, ਪਰ ਇੰਟੀਗ੍ਰੇਟੀ ਮਤਲਬ ਅਖੰਡਤਾ ਬਾਅਦ 'ਚ ਇੰਦਰਾ ਗਾਂਧੀ ਨੇ ਤਿੰਨੇ ਸ਼ਬਦ ਜੁੜੇ ਸਿਰਫ ਇੱਕੋ ਸੰਵਿਧਾਨਕ ਸੋਧ ਨਾਲ, 42ਵੀਂ ਅਮੈਂਡਮੈਂਟ ਨਾਲ। ਤੇ ਪ੍ਰਧਾਨ ਮੰਤਰੀ ਕੌਣ ਸੀ? ਇੰਦਰਾ ਗਾਂਧੀ। ਤੇ ਸਾਲ ਕਿਹੜਾ ਸੀ? 1976। ਉਸ ਤੋਂ ਬਾਅਦ ਤੇ ਪਹਿਲਾਂ ਕਦੇ ਵੀ ਸੰਵਿਧਾਨ ਨੂੰ, ਪ੍ਰੈਂਬਲ ਨੂੰ ਸੋਧਿਆ ਨਹੀਂ ਗਿਆ। ਪ੍ਰੈਂਬਲ ਜਿਹੜਾ ਸੀਗਾ ਉਹ ਭਾਰਤ ਦੇ ਸੰਵਿਧਾਨ ਦਾ ਅਭਿੰਨ ਅੰਗ ਹੈ ਕਿ ਨਹੀਂ ਹੈ? 1960 'ਚ ਹੋਇਆ ਬੇਹਰੂਬਰੀ ਕੇਸ ਕਹਿੰਦਾ ਹੈ ਕਿ ਅਭਿੰਨ ਅੰਗ ਨਹੀਂ ਸੀ। ਸੁਪਰੀਮ ਕੋਰਟ ਇੱਕ ਅਜਿਹੀ ਅਦਾਲਤ ਆ ਜਿਹੜੀ ਆਪਣੇ ਹੀ ਪੁਰਾਣੇ ਫੈਸਲੇ ਤੋਂ ਪਲਟ ਸਕਦੀ ਆ, ਜੇ ਉਹਨੂੰ ਆਪਣੇ ਪੁਰਾਣੇ ਫੈਸਲੇ 'ਚ ਕੋਈ ਕਮੀ ਲੱਗੇ ਤਾਂ। ਸੁਪਰੀਮ ਕੋਰਟ ਨੇ 1973 'ਚ ਕੇਸ਼ਵਨੰਦਾ ਭਾਰਤੀ ਕੇਸ 'ਚ ਸਪਸ਼ਟ ਕਰਤਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ। ਸੋ ਇਹੀ ਉਹ ਗੱਲਾਂ ਹੁੰਦੀਆਂ ਜਿਹੜੀਆਂ ਕਿ ਤੁਹਾਡੇ ਨਾਲ ਕਰਨੀਆਂ ਬਣਦੀਆਂ ਨੇ, ਠੀਕ ਆ। ਸੋ ਨੈਕਸਟ ਅੱਗੇ ਭਾਰਤ ਦੇ ਸੰਵਿਧਾਨ 'ਚ ਆਏ ਮਸ਼ਹੂਰ ਅੰਗ ਸ਼ਬਦ ਜਿਹੜੇ ਆ, ਸੋਵਰਨ ਪਹਿਲਾ ਸ਼ਬਦ। ਸੋਵਰਨ ਦਾ ਮਤਲਬ ਹੁੰਦਾ ਪ੍ਰਭੂ ਸੱਤਾ, ਕਿ ਦੇਸ਼ ਦੀ ਸਰਕਾਰ ਆਪਣੇ ਫੈਸਲੇ ਲੈਣ ਵਾਸਤੇ ਆਜ਼ਾਦ ਹੈ। ਜੇ ਭਾਰਤ ਦੀ ਸਰਕਾਰ ਆਪਣੇ ਫੈਸਲੇ ਲੈਣ ਲਈ ਅਮਰੀਕਾ, ਪਾਕਿਸਤਾਨ ਦੇ ਮੂੰਹ ਵੱਲ ਨਹੀਂ ਦੇਖਦੀ, ਇਹਦਾ ਮਤਲਬ ਅਸੀਂ ਪ੍ਰਭੂ ਸੰਪੰਨ ਆ। ਸਮਾਜਵਾਦੀ, ਪਹਿਲੀ ਗੱਲ, ਇਹ ਸ਼ਬਦ ਜਿਹੜਾ ਓਰੀਜਨਲ ਸੰਵਿਧਾਨ ਸੀ ਉਹਦੇ 'ਚ ਨਹੀਂ ਸੀ ਹੈਗਾ, ਇਹਨੂੰ 42ਵੀਂ ਸੋਧ ਨਾਲ 1976 'ਚ ਇੰਦਰਾ ਗਾਂਧੀ ਦੀ ਸਰਕਾਰ ਨੇ ਜੋੜਿਆ। ਇਸ ਦਾ ਮਤਲਬ ਹੈ, ਸਮਾਜਵਾਦੀ ਸਰਕਾਰ ਦਾ ਮਤਲਬ ਇਹ ਆ ਕਿ ਸਭ ਨੂੰ ਸਮਾਨ ਮੌਕੇ ਪ੍ਰਾਪਤ ਹੋਣ, ਅਮੀਰ ਤੇ ਗਰੀਬ 'ਚ ਵਧੇਰੇ ਅੰਤਰ ਨਾ ਹੋਵੇ। ਸਰਕਾਰ ਨੂੰ ਜਿਹੜੀਆਂ ਨੈਤਿਕ ਜ਼ਿੰਮੇਵਾਰੀਆਂ ਨਹੀਂ ਮਿਲੀਆਂ ਹੋਈਆਂ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਜਿਹਨੂੰ ਆਪਾਂ ਕਹਿ ਦਿੰਦੇ DPSPs, ਜਿਹੜੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੂਗੀ ਉਹ ਆਪਣੇ ਆਪ 'ਚ ਸਮਾਜਵਾਦੀ ਸਰਕਾਰ ਆ, ਠੀਕ ਆ। ਸੋ ਇਹ ਬਹੁਤ ਇੰਪੋਰਟੈਂਟ ਆ। ਤੀਸਰਾ, ਧਰਮ ਨਿਰਪੱਖ। ਜਦੋਂ ਕੋਈ ਵੀ ਸਰਕਾਰ 'ਚ ਬੈਠਾ ਹੋਇਆ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਪੱਖਪਾਤ ਨਾ ਕਰੇ, ਉਹਨੂੰ ਧਰਮ ਨਿਰਪੱਖ। ਓਰੀਜਨਲ ਸੰਵਿਧਾਨ ਦੇ ਵਿੱਚ ਇਹ ਵੀ ਸ਼ਬਦ ਨਹੀਂ ਸੀ, ਇਹਨੂੰ ਵੀ 42ਵੀਂ ਸੰਵਿਧਾਨਕ ਸੋਧ ਦੇ ਨਾਲ ਇੰਦਰਾ ਗਾਂਧੀ ਨੇ ਬਾਅਦ ਸ਼ਾਮਲ ਕੀਤਾ। ਪਰ ਧਰਮ ਨਿਰਪੱਖ ਸ਼ਾਮਲ ਹੋਣ ਤੋਂ ਪਹਿਲਾਂ ਕੀ ਭਾਰਤ ਧਰਮ ਨਿਰਪੱਖ ਨਹੀਂ ਸੀਗਾ? 1976 ਤੋਂ ਪਹਿਲਾਂ ਕਿਉਂ ਨਹੀਂ ਸੀ? 25 ਆਰਟੀਕਲ ਤੋਂ ਲੈ ਕੇ 28 ਆਰਟੀਕਲ ਤੱਕ ਮੈਂ ਫੰਡਾਮੈਂਟਲ ਰਾਈਟਸ ਪੜ੍ਹਾਉਣੇ ਆ ਤੁਹਾਨੂੰ। 25 ਆਰਟੀਕਲ ਤੋਂ ਲੈ ਕੇ 28 ਆਰਟੀਕਲ ਤੱਕ ਦੇ ਫੰਡਾਮੈਂਟਲ ਰਾਈਟਸ ਤੁਹਾਨੂੰ ਇਹ ਦੱਸਦੇ ਆ ਕਿ ਭਾਰਤ ਵਾਕਿਆ ਹੀ ਇੱਕ ਪ੍ਰਭੂ ਸੰਪੰਨ ਦੇਸ਼ ਸੀ, ਧਰਮ ਨਿਰਪੱਖ ਦੇਸ਼ ਸੀ। ਉਹ ਤਾਂ ਅੱਡ ਗੱਲ ਆ ਕਿ ਕਈ ਵਾਰੀ ਕਿਸੇ ਨੂੰ ਭੁਲੇਖਾ ਨਾ ਪੈ ਜੇ, ਇਸ ਕਰਕੇ ਅਸੀਂ ਆਪਣੀ ਪ੍ਰਸਤਾਵਨਾ 'ਚ ਹੀ ਇਹਨੂੰ ਐਡ ਕਰਤਾ। ਇਹ ਥੋੜ੍ਹਾ ਸੀ ਕਿ ਅਸੀਂ ਹਮੇਸ਼ਾ ਹੀ ਧਰਮ ਨਿਰਪੱਖ ਰਹੇ ਹਾਂ, ਸੈਕੂਲਰ ਰਹੇ ਹਾਂ, ਲੋਕਤੰਤਰਿਕ ਸ਼ਬਦ ਪਹਿਲਾਂ ਹੀ ਸੰਵਿਧਾਨ 'ਚ ਸੀ। ਲੋਕਤੰਤਰ ਦਾ ਮਤਲਬ ਆ ਕਿ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਹੈ।
ਜਿਵੇਂ ਅੰਗਰੇਜ਼ਾਂ ਦੇ ਵੇਲੇ ਸਾਡੇ ਕੋਲ ਸੀਮਤ ਅਧਿਕਾਰ ਸੀ ਵੋਟ ਪਾਉਣ ਦਾ, ਹੁਣ ਹਰ ਇੱਕ ਬਾਲਗ ਨੂੰ ਮਤ ਪਾਉਣ ਦਾ ਅਧਿਕਾਰ ਆ। ਬਾਲਗ ਜਿਹੜਾ 18 ਟੱਪ ਗਿਆ, ਮਤ ਮਤਲਬ ਵੋਟਾਂ ਪਾਉਣ ਦਾ ਅਧਿਕਾਰ। ਇੱਕ ਸਮੇਂ ਤੱਕ ਇਹ 21 ਸਾਲ ਦੀ ਉਮਰ 'ਚ ਮਿਲਦਾ ਸੀ, ਪਰ ਤੁਹਾਨੂੰ ਪਤਾ ਵੋਟਾਂ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਸੰਵਿਧਾਨ ਦੇ ਵਿੱਚ ਕਿਹੜੀ ਸੋਧ ਨਾਲ ਕੀਤੀ ਆ? 61ਵੀਂ ਸੰਵਿਧਾਨਕ ਸੋਧ, ਕੌਨਸਟੀਟਿਊਸ਼ਨਲ ਅਮੈਂਡਮੈਂਟ। ਇਹ ਵੀ ਗੱਲਾਂ ਯਾਦ ਕਰ ਲਿਓ। ਕਾਨੂੰਨ ਦਾ ਸ਼ਾਸਨ ਆ, ਧੱਕੇਸ਼ਾਹੀ ਨਹੀਂ, ਨਿਆਂਪਾਲਿਕਾ ਜੁਡੀਸ਼ਰੀ ਕਿਸੇ ਦੇ ਪ੍ਰਭਾਵ 'ਚ ਨਹੀਂ ਆਉਂਦੀ, ਆਜ਼ਾਦ ਆ। ਇਹਦਾ ਮਤਲਬ ਅਸੀਂ ਲੋਕਤੰਤਰਿਕ ਦੇਸ਼ ਆ। ਸਭ ਤੋਂ ਵੱਡੀ ਗੱਲ, ਜਿਹੜੀ ਸਰਕਾਰ ਅਸੀਂ ਕੇਂਦਰ 'ਚ ਤੇ ਸੂਬਿਆਂ 'ਚ ਆਪਣੇ 'ਤੇ ਰਾਜ ਕਰਨ ਵਾਸਤੇ ਲਾਉਨੇ ਆ, ਉਹ ਚੁਣੀ ਹੋਈ ਆ। ਯਾਰ ਮੋਦੀ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ, ਪਰ ਮੋਦੀ ਚੁਣਿਆ ਹੋਇਆ ਹੈ ਨਾ। ਭਗਵੰਤ ਮਾਨ ਕਿਸੇ ਲਈ ਚੰਗਾ ਹੈ ਕਿਸੇ ਲਈ ਮਾੜਾ ਹੈ, ਪਰ ਚੁਣਿਆ ਹੋਇਆ ਹੈ ਨਾ। ਸੋ ਚੁਣੇ ਹੋਏ ਲੋਕਾਂ ਦੀ ਸਰਕਾਰ ਜੇ ਕਿਸੇ ਦੇਸ਼ 'ਚ ਹੋਵੇ, ਉਹ ਲੋਕਤੰਤਰਿਕ ਦੇਸ਼ ਹੁੰਦਾ ਹੈ। 5ਵਾਂ ਪੁਆਇੰਟ, ਗਣਰਾਜ। ਗਣਰਾਜ ਦਾ ਮਤਲਬ ਆ ਜਿਹੜੇ ਰਾਜ ਦਾ ਮੁਖੀ, ਜਿਸ ਦੇਸ਼ ਦਾ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ ਜਾਂ ਰਾਜਾ। ਜਿਸ ਦੇਸ਼ ਦਾ ਮੁਖੀ ਯਾਨੀ ਕਿ ਰਾਸ਼ਟਰਪਤੀ ਚੁਣਿਆ ਗਿਆ ਹੋਵੇ, ਉਹ ਦੇਸ਼ ਰਿਪਬਲਿਕ ਹੁੰਦਾ ਹੈ, ਗਣਰਾਜ ਹੁੰਦਾ ਹੈ। ਤੇ ਭਾਰਤ ਦਾ ਰਾਸ਼ਟਰਪਤੀ ਚੁਣਿਆ ਗਿਆ ਹੁੰਦਾ ਹੈ। ਤੁਹਾਡੇ 'ਚੋਂ ਕੋਈ ਕਹਿ ਸਕਦਾ ਹੈ ਕਿ ਸਰ ਅਸੀਂ ਤਾਂ ਰਾਸ਼ਟਰਪਤੀ ਦੀਆਂ ਵੋਟਾਂ ਕਦੀ ਦੇਖੀਆਂ ਹੀ ਨਹੀਂ, ਆਮ ਬੰਦਾ ਰਾਸ਼ਟਰਪਤੀ ਨੂੰ ਵੋਟਾਂ ਨਹੀਂ ਪਾਉਂਦਾ। ਸਾਡੇ ਦੇਸ਼ ਦੇ MLA ਤੇ MP ਹੀ ਰਾਸ਼ਟਰਪਤੀ ਨੂੰ ਵੋਟਾਂ ਪਾਉਂਦੇ ਆ। ਉਹ ਯਾਰ ਕੋਈ ਤਾਂ ਪਾਉਂਦਾ ਹੈ ਨਾ। ਹਾਂ, ਕਿਹੜੇ ਦੇਸ਼ ਗਣਰਾਜ ਨਹੀਂ ਹੁੰਦੇ? ਜਿਹੜੇ ਦੇਸ਼ਾਂ ਦਾ ਰਾਸ਼ਟਰਪਤੀ ਰਾਜਾ ਜਾਂ ਰਾਣੀ ਹੋਵੇ, ਜਿਵੇਂ ਇੰਗਲੈਂਡ, ਜਿਵੇਂ ਕੈਨੇਡਾ, ਜਿਵੇਂ ਆਸਟ੍ਰੇਲੀਆ। ਤੁਸੀਂ ਕਹੋਗੇ ਆਸਟ੍ਰੇਲੀਆ ਦਾ ਰਾਜਾ ਹੈ? ਨਹੀਂ, ਆਸਟ੍ਰੇਲੀਆ ਦਾ ਜਿਹੜਾ ਵੀ ਸਭ ਤੋਂ ਵੱਡਾ ਰਾਸ਼ਟਰਪਤੀ ਆ ਨਾ, ਉਹਨੂੰ ਇੰਗਲੈਂਡ ਚੁਣ ਕੇ ਭੇਜਦਾ ਹੈ। ਫਿਰ ਉਹ ਆਪ ਤਾਂ ਨਹੀਂ ਚੁਣਦੇ। ਤੁਸੀਂ ਆਪ ਚੁਣੋ ਆਪਣਾ ਲੀਡਰ, ਭਾਵੇਂ ਥੋੜ੍ਹੇ ਜਾਣੇ ਚੁਣ ਲਓ, ਭਾਵੇਂ ਜ਼ਿਆਦਾ ਜਾਣੇ। ਜੇ ਤੁਸੀਂ ਆਪ ਚੁਣ ਲਿਆ ਤਾਂ ਤੁਸੀਂ ਗਣਰਾਜ ਹੋ। ਇੰਡੀਆ ਗਣਰਾਜ ਹੈ, ਇਹੀ ਸਭ ਤੋਂ ਵੱਡੀ ਸੱਚਾਈ ਹੈ। ਅੱਗੇ ਆ ਗਿਆ ਅਗਲਾ ਸ਼ਬਦ, ਨਿਆਂ। ਭਾਰਤ ਦੇ ਸੰਵਿਧਾਨ 'ਚ ਨਿਆਂ ਸ਼ਬਦ ਜਿਹੜਾ ਹੈ ਉਹ ਰੂਸੀ ਕ੍ਰਾਂਤੀ ਤੋਂ ਲਿਆ ਗਿਆ ਹੈ, ਰਸ਼ੀਅਨ ਰੈਵੋਲੂਸ਼ਨ ਤੋਂ ਲਿਆ ਗਿਆ ਹੈ। ਰਸ਼ੀਆ ਦੀ ਕ੍ਰਾਂਤੀ ਲੈਨਿਨ ਨੇ ਗਰੀਬ ਲੋਕਾਂ ਨੂੰ ਨਿਆਂ ਦਿਵਾਉਣ ਵਾਸਤੇ ਦਵਾਈ ਸੀ। ਭਾਰਤ ਦੇ ਸੰਵਿਧਾਨ 'ਚ ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ 3 ਪ੍ਰਕਾਰ ਦਾ ਨਿਆਂ ਹੈ। ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਰਾਜਨੀਤਿਕ ਨਿਆਂ। ਉਦਾਹਰਨ ਦੇ ਕੇ ਸਮਝਾਇਆ ਮੈਂ ਕਿ ਅਮੀਰੀ ਗਰੀਬੀ, ਉਹ ਕਿਸੇ ਦਲਿਤ ਨੂੰ ਨਾਲ ਭੇਦਭਾਵ ਨਾ ਹੋਵੇ, ਇਹ ਸਮਾਜਿਕ ਨਿਆਂ ਹੈ। ਗਰੀਬ ਬੰਦੇ ਵਾਸਤੇ ਸਰਕਾਰ ਖੜੇ, ਇਹ ਆਰਥਿਕ ਨਿਆਂ ਹੈ। ਰਾਜਨੀਤਿਕ ਤੌਰ 'ਤੇ ਪਿਛੜੇ ਹੋਇਆਂ ਨੂੰ ਰਾਖਵਾਂ ਕਰਨ, ਰਿਜ਼ਰਵੇਸ਼ਨ ਮਿਲੇ, ਇਹ ਰਾਜਨੀਤਿਕ ਨਿਆਂ ਹੈ। ਜੇ ਗਰੀਬਾਂ ਨੂੰ ਜਿਹੜੇ ਪੋਲੀਟੀਕਲੀ ਜਾਂ ਰਾਜਨੀਤਿਕ ਤੌਰ 'ਤੇ ਵਿਚਾਰੇ ਬਾਹਲੇ ਪਿਛੜੇ ਹੋਏ ਆ, ਜੇ ਉਹਨਾਂ ਨੂੰ ਨਿਆਂ ਹੀ ਨਾ ਮਿਲਿਆ, ਜੇ ਉਹਨਾਂ ਨੂੰ ਰਾਖਵਾਂ ਕਰਨ, ਰਿਜ਼ਰਵੇਸ਼ਨ ਹੀ ਨਾ ਮਿਲੀ, ਕੋਟਾ ਨਾ ਮਿਲਿਆ, ਫਿਰ ਉਹ ਵੋਟਾਂ 'ਚ ਕਿਵੇਂ ਅੱਗੇ ਆਉਣਗੇ? ਹਰ ਪ੍ਰਕਾਰ ਦਾ ਨਿਆਂ ਭਾਰਤ ਦੇ ਸੰਵਿਧਾਨ 'ਚ ਪੇਪਰ 'ਚ ਪਤਾ ਕੀ ਆਊਗਾ? ਭਾਰਤ ਦੇ ਸੰਵਿਧਾਨ ਦੇ ਅਨੁਸਾਰ ਕਿੰਨੇ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ? 2 ਪ੍ਰਕਾਰ, 3 ਪ੍ਰਕਾਰ, 5 ਪ੍ਰਕਾਰ ਕਿ 7 ਪ੍ਰਕਾਰ। ਰੱਟਾ ਨਾ ਮਾਰਿਓ, ਹੁਣ ਚੱਲੂਗੀ ਥਿਊਰੀ, ਤੇ ਥਿਊਰੀ ਹੀ ਤੁਹਾਨੂੰ ਕਾਮਯਾਬ ਕਰੂਗੀ। ਇਹ ਨਿਆਂ ਅਸੀਂ 1917 ਦੀ ਰੂਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਕੇ ਲਿਆ। ਇਸ ਤੋਂ ਅਗਲਾ ਸ਼ਬਦ ਆ ਲਿਬਰਟੀ, ਸੁਤੰਤਰਤਾ। ਭਾਰਤ ਦੇ ਹਰ ਇੱਕ ਬੰਦੇ ਨੂੰ 5 ਪ੍ਰਕਾਰ ਦੀ ਸੁਤੰਤਰਤਾ ਦਿੱਤੀ ਆ। ਥੋਟ, ਬਲੀਫ, ਠੀਕ ਆ, ਫੇਥ, ਐਕਸਪ੍ਰੈਸ਼ਨ ਅਤੇ ਵਰਸ਼ਿਪ। ਆਪਣਾ ਵਿਸ਼ਵਾਸ, ਠੀਕ ਆ, ਆਪਣਾ ਯਕੀਨ, ਠੀਕ ਆ, ਆਪਣੀ ਸੋਚ, ਆਪਣੀ ਪੂਜਾ, ਹਰ ਪ੍ਰਕਾਰ ਦੀ ਵਰਸ਼ਿਪ, ਹਰ ਪ੍ਰਕਾਰ ਦੀ ਲਿਬਰਟੀ ਮਤਲਬ ਆਜ਼ਾਦੀ। ਭਾਰਤ ਦੇ ਸੰਵਿਧਾਨ 'ਚ ਅਗਲਾ ਸ਼ਬਦ ਆ ਗਿਆ ਸਮਾਨਤਾ। ਅਸੀਂ 2 ਤਰੀਕੇ ਦੀ ਸਮਾਨਤਾ ਲੋਕਾਂ ਨੂੰ ਦਿੱਤੀ ਹੈ, ਇਕੁਐਲਿਟੀ, ਸਮਾਨਤਾ। ਕਿਹੜੀ? ਇੱਕ ਤੁਹਾਨੂੰ ਦਿੱਤੀ ਆ ਸਟੇਟਸ ਦੀ, ਕਿ ਤੁਹਾਡੇ ਕੋਲ ਪੂਰੀ ਆਜ਼ਾਦੀ ਆ, ਸੁਤੰਤਰਤਾ, ਸਮਾਨਤਾ ਹੈ ਤੁਹਾਡੇ ਕੋਲ, ਕਿ ਤੁਹਾਨੂੰ ਆਪਣਾ ਸਟੇਟਸ ਨੀਵਾਂ ਕਰਨ ਦੀ ਲੋੜ ਨਹੀਂ। ਇੱਕ ਅਵਸਰਾਂ ਦੀ, ਮੌਕਿਆਂ ਦੀ, ਓਪਰਚੁਨਿਟੀਜ਼ ਦੀ। ਉਸ ਤੋਂ ਬਾਅਦ ਤੁਸੀਂ ਕਹੋ ਭਾਈਚਾਰਾ। ਸਾਡੇ ਸੰਵਿਧਾਨ ਦੀ ਸਭ ਤੋਂ ਖਾਸ ਗੱਲ ਕਿ ਅਸੀਂ ਆਪਣੇ ਸੰਵਿਧਾਨ 'ਚ ਭਾਈਚਾਰੇ ਨੂੰ ਪ੍ਰਮੋਟ ਕੀਤਾ ਹੈ। ਅਤੇ ਮੈਂ ਤੁਹਾਡੇ ਜਾਣਕਾਰੀ ਲਈ ਦੱਸਦਾ, ਲਿਬਰਟੀ ਯਾਨੀ ਕਿ ਸੁਤੰਤਰਤਾ, ਇਕੁਐਲਿਟੀ ਯਾਨੀ ਕਿ ਸਮਾਨਤਾ, ਅਤੇ ਫਰੈਟਰਨਿਟੀ ਯਾਨੀ ਕਿ ਭਾਈਚਾਰਾ। ਇਹ 3 ਸ਼ਬਦ ਅਸੀਂ ਫਰਾਂਸ ਦੀ ਕ੍ਰਾਂਤੀ ਤੋਂ, ਜਿਹੜੀ ਕਿ 1799 ਈਸਵੀ 'ਚ ਹੋਈ ਆ, ਉੱਥੋਂ ਪ੍ਰਭਾਵਿਤ ਹੋ ਕੇ ਲਏ ਆ। ਮੋਸਟ ਇੰਪੋਰਟੈਂਟ ਗੱਲ। ਸੋ ਇਹ ਚੀਜ਼ ਸਾਨੂੰ ਬਹੁਤ ਇੰਪੋਰਟੈਂਟ ਆ। ਸੋ ਜੇ ਕੋਈ ਪੁੱਛੇ ਕਿ ਪ੍ਰਸਤਾਵਨਾ ਸੰਵਿਧਾਨ ਦਾ ਅੰਗ ਹੈ ਕਿ ਨਹੀਂ, ਠੀਕ ਆ, ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, 1960 ਦੇ ਵਿੱਚ ਬੇਹਰੂਬਰੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ,
ਠੀਕ ਆ। 1973 ਚ ਕੇਸ਼ਵਨੰਦਾ ਭਾਰਤੀ ਕੇਸ 'ਚ ਸੁਪਰੀਮ ਕੋਰਟ ਆਪ ਮੰਨ ਗਈ ਸੀ ਕਿ ਸੰਵਿਧਾਨ ਬੇਸ਼ੱਕ ਪ੍ਰਸਤਾਵਨਾ ਬੇਸ਼ੱਕ ਸੰਵਿਧਾਨ ਦੇ ਕੰਪਲੀਟ ਹੋਣ ਤੋਂ ਬਿਲਕੁਲ ਐਂਡ 'ਚ ਲਿਖੀ ਗਈ ਹੈ, ਪਰ ਇਹ ਸਾਡੇ ਸੰਵਿਧਾਨ ਦਾ ਅਭਿੰਨ ਅੰਗ ਹੈ। ਸੋ ਉਮੀਦ ਕਰਦਾ ਕਿ ਆਹ ਗੱਲ ਸਾਰੀ ਸਮਝ ਆ ਗਈ ਹੋਊਗੀ। ਭਾਰਤ ਦਾ ਸੰਵਿਧਾਨ ਆਪਣੇ ਆਪ 'ਚ ਬਹੁਤ ਖਾਸ ਆ, ਪ੍ਰਸਤਾਵਨਾ ਉਸ ਤੋਂ ਵੀ ਖਾਸ ਆ। ਕਹਿੰਦੇ ਆ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਭੂਮਿਕਾ ਦੇ ਰੂਪ 'ਚ ਦੇਖਿਆ ਜਾਂਦਾ ਹੈ। ਨਹਿਰੂ ਵੱਲੋਂ ਪੇਸ਼ ਕੀਤਾ ਗਿਆ ਉਦੇਸ਼ ਮਤਾ ਓਬਜੈਕਟਿਵ ਰੈਜ਼ੋਲੂਸ਼ਨ ਹੀ ਅੱਗੇ ਜਾ ਕੇ ਸੰਵਿਧਾਨ ਬਣਿਆ। ਇਸ ਕਰਕੇ ਜੇ ਪੇਪਰ 'ਚ ਆ ਗਿਆ ਕਿ ਭਾਰਤ ਦਾ ਪ੍ਰੈਂਬਲ ਕਿੰਨੇ ਪਲੇਸ ਕੀਤਾ ਸੀ ਅਸੈਂਬਲੀ 'ਚ, ਤਾਂ ਤੁਸੀਂ ਕਹੋ ਕਿ ਪ੍ਰੈਂਬਲ ਕੀ ਸੀ? ਓਬਜੈਕਟਿਵ ਰੈਜ਼ੋਲੂਸ਼ਨ। ਇਹਦਾ ਮਤਲਬ ਨਹਿਰੂ ਨੇ। ਅਗਲੀ ਗੱਲ, ਪ੍ਰਸਤਾਵਨਾ ਦਾ ਕੰਸੈਪਟ ਅਸੀਂ ਅਮਰੀਕਾ ਤੋਂ ਲਿਆ। ਵਜ੍ਹਾ ਕਿਉਂਕਿ ਅਮਰੀਕਾ ਹੀ ਉਹ ਦੇਸ਼ ਆ ਜਿਹੜਾ ਜਿਹਦੀ ਪਹਿਲੀ ਪ੍ਰਸਤਾਵਨਾ ਹੈ, ਪਰ ਪ੍ਰਸਤਾਵਨਾ ਦੀ ਭਾਸ਼ਾ ਜਿਹੜੀ ਹੈ, ਲੈਂਗੁਏਜ ਆ, ਉਹ ਆਸਟ੍ਰੇਲੀਆ ਤੋਂ ਪ੍ਰਭਾਵਿਤ ਹੋ ਕੇ ਤਿਆਰ ਹੋਈ ਹੈ। ਇਹ ਬਹੁਤ ਇੰਪੋਰਟੈਂਟ ਆ ਕਿ ਦਾ ਲੈਂਗੁਏਜ ਆਫ ਪ੍ਰੈਂਬਲ ਇਜ਼ ਇੰਸਪਾਇਰਡ ਫਰੋਮ, ਪੇਪਰ 'ਚ ਆ ਸਕਦਾ ਹੈ ਕਿ ਭਾਸ਼ਾ ਆਸਟ੍ਰੇਲੀਆ ਤੋਂ ਪ੍ਰਭਾਵਿਤ ਹੋ ਕੇ ਲਈ ਆ, ਵੈਸੇ ਪ੍ਰਸਤਾਵਨਾ ਜਿਹੜੀ ਆ ਉਹ ਅਮਰੀਕਾ ਤੋਂ। ਸੰਵਿਧਾਨ ਜਿਹੜਾ ਹੈ ਬੇਸਿਕਲੀ ਇਹਨੂੰ ਲੈ ਕੇ ਇੱਕ ਗੱਲ ਕਲੀਅਰ ਆ ਕਿ ਇਹਨੂੰ 13 ਦਸੰਬਰ 1946 ਨੂੰ ਨਹਿਰੂ ਨੇ ਪ੍ਰਸਤਾਵ ਉਹ 'ਚ ਪੇਸ਼ ਕੀਤਾ ਸੀ ਅਤੇ ਇਹਨੂੰ 22 ਜਨਵਰੀ 1947 ਨੂੰ ਮਨਜ਼ੂਰ ਕੀਤਾ ਸੀ। ਇਹ ਜਿਹੜਾ ਓਬਜੈਕਟਿਵ ਰੈਜ਼ੋਲੂਸ਼ਨ ਸੀ, ਜਿਹੜੀ ਅੱਗੇ ਜਾ ਕੇ ਪ੍ਰਸਤਾਵਨਾ ਬਣੀ, ਇਹਨੂੰ ਕਿਸੇ ਬੰਦੇ ਨੇ ਡਰਾਫਟਿੰਗ ਕਮੇਟੀ ਦੇ ਅੱਗੇ ਵੀ ਪੇਸ਼ ਕੀਤਾ ਸੀ। ਕਿਹੜੀ ਕਮੇਟੀ ਦੇ ਅੱਗੇ? ਡਰਾਫਟਿੰਗ ਕਮੇਟੀ ਦੇ ਅੱਗੇ। ਸੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਸੰਵਿਧਾਨ ਸਭਾ ਦੇ ਅੱਗੇ ਤਾਂ ਪੇਸ਼ ਕੀਤਾ ਸੀ ਨਹਿਰੂ ਨੇ, ਡਰਾਫਟਿੰਗ ਕਮੇਟੀ ਦੇ ਅੱਗੇ ਇਸ ਓਬਜੈਕਟਿਵ ਰੈਜ਼ੋਲੂਸ਼ਨ ਨੂੰ ਕਿੰਨੇ ਪਲੇਸ ਕੀਤਾ ਸੀ? ਮੋਸਟ ਇੰਪੋਰਟੈਂਟ ਗੱਲ, ਬਹੁਤ ਟਵਿਸਟਿੰਗ ਜਿਹਾ ਸਵਾਲ ਆ ਅਤੇ ਮੈਂ ਅੱਗੇ ਜਾਣਕਾਰੀ ਜੀ ਦੱਸਦਾ। NK ਪਾਲਕੀਵਾਲਾ ਬੜੇ ਤਗੜੇ ਸੰਵਿਧਾਨ ਦੇ ਉਹ ਨੇ, ਮਤਲਬ ਕਿ ਵਿਆਖਿਆ ਕਰਨ ਵਾਲੇ। ਉਹਨਾਂ ਨੇ ਕਿਹਾ ਸੀਗਾ ਕਿ ਸੰਵਿਧਾਨ ਦਾ ਆਇਡੈਂਟੀਟੀ ਕਾਰਡ ਆ ਪ੍ਰੈਂਬਲ। ਦੂਜੀ ਗੱਲ, ਪੰਡਿਤ ਠਾਕੁਰ ਦਾਸ ਭਾਰਗਵ ਨੇ ਕਿਹਾ ਕਿ ਪ੍ਰਸਤਾਵਨਾ ਜਿਹੜੀ ਆ ਇਹ ਸੋਲ ਆਫ ਕੌਂਸਟੀਟਿਊਸ਼ਨ ਆ, ਸੰਵਿਧਾਨ ਦੀ ਆਤਮਾ ਹੈ। ਪੇਪਰ 'ਚ ਆ ਸਕਦਾ ਹੈ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਕਿਹਨੇ ਕਿਹਾ। ਅੱਗੇ ਜਾ ਕੇ ਫੰਡਾਮੈਂਟਲ ਰਾਈਟਸ ਦੇ ਕਿਹੜੇ ਆਰਟੀਕਲ ਨੂੰ ਰਾਈਟਸ ਦੀ ਆਤਮਾ ਕਿਹਾ, ਉਹ 32 ਆਰਟੀਕਲ ਨੂੰ ਕਿੰਨੇ ਆਤਮਾ ਕਿਹਾ। ਵੱਖਰੇ ਵੱਖਰੇ ਲੋਕਾਂ ਦੀਆਂ ਸਟੇਟਮੈਂਟਾਂ ਨੇ ਪ੍ਰਸਤਾਵਨਾ ਨੂੰ, ਯਾਨੀ ਕਿ ਪ੍ਰੈਂਬਲ ਨੂੰ ਸੰਵਿਧਾਨ ਦੀ ਆਤਮਾ ਪੰਡਿਤ ਠਾਕੁਰ ਦਾਸ ਨੇ ਕਿਹਾ। KM ਮੁਨਸ਼ੀ, ਜਿਨ੍ਹਾਂ ਨੇ ਸੰਵਿਧਾਨ ਲਿਖਣ 'ਚ ਬੜੀ ਮਦਦ ਕੀਤੀ ਹੈ, ਅਤੇ ਉਹਦੇ 'ਚ ਇੱਕ ਗੱਲ ਬੜੀ ਕਲੀਅਰ ਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਪ੍ਰਸਤਾਵਨਾ ਇੱਕ ਲੋਕਤੰਤਰਿਕ ਗਣਤੰਤਰ ਦੀ ਹੋਰੋਸਕੋਪ ਕੁੰਡਲੀ ਹੁੰਦੀ ਆ। ਜੇ ਕਿਸੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਲਈਏ ਤਾਂ ਉੱਥੋਂ ਪਤਾ ਲੱਗ ਜਾਂਦਾ ਕਿ ਉਹ ਦੇਸ਼ ਦਾ ਲੋਕਤੰਤਰ ਕਿੰਨਾ ਕੁ ਘੈਂਟ ਹੋਣ ਵਾਲਾ ਹੈ। ਉਸ ਤੋਂ ਬਾਅਦ ਅਗਲੀ ਗੱਲ, ਠੀਕ ਆ, ਸਰ ਅਰਨੈਸਟ ਬਾਰਕਰ ਜਿਹੜਾ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰਸਤਾਵਨਾ ਜਿਹੜਾ ਹੁੰਦਾ ਹੈ ਨਾ, ਉਹ ਸਿਆਣੇ ਲੋਕਾਂ ਦੀ ਇੱਕ ਚੰਗੀ ਸ਼ਰਧਾਂਜਲੀ ਹੁੰਦੀ ਆ। ਇਹੀ ਸੰਵਿਧਾਨ ਦਾ ਕੀ ਨੋਟ ਹੁੰਦਾ ਹੈ, ਜਿਹੜਾ ਮੇਨ ਕਰਕਸ ਜਿਹੜੀ ਹੁੰਦੀ ਹੈ ਨਾ ਸੰਵਿਧਾਨ ਦੀ, ਉਹ ਪ੍ਰੈਂਬਲ 'ਚ ਹੀ ਪਤਾ ਲੱਗਦੀ। ਇਹ ਗੱਲ ਕਹਿਣ ਵਾਲਾ ਸੀ ਅਰਨੈਸਟ ਬਾਰਕਰ, ਮੋਸਟ ਇੰਪੋਰਟੈਂਟ, ਠੀਕ ਆ। ਅਤੇ M ਹਿਦਾਇਤੁੱਲਾ, ਦੇਸ਼ ਦੇ ਉਹ ਚੀਫ ਜਸਟਿਸ, ਮੁੱਖ ਨਿਆਂਧੀਸ਼, ਸੁਪਰੀਮ ਕੋਰਟ ਦੇ ਮੁੱਖ ਜੱਜ, ਜਿਹੜੇ ਅੱਗੇ ਜਾ ਕੇ ਦੇਸ਼ ਦੇ ਉਪ ਰਾਸ਼ਟਰਪਤੀ ਵੀ ਬਣੇ ਅਤੇ ਹਾਲਾਤਾਂ ਦੇ ਅੱਗੇ ਇਹੋ ਜਿਹੀ ਕਹਾਣੀ ਬਣੀ ਕਿ ਇਹ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਸੋ ਇਹ ਗੱਲ ਬੜਾ ਕਲੀਅਰ ਆ ਕਿ ਪ੍ਰਸਤਾਵਨਾ ਅਮਰੀਕਾ ਦੀ, ਮਤਲਬ ਅਮਰੀਕਾ ਦੇ ਪ੍ਰੈਂਬਲ ਵਰਗਾ ਜ਼ਰੂਰ ਆ, ਬਟ ਇਹ ਉਸ ਤੋਂ ਵੀ ਕਿਤੇ ਵਧੀਆ ਹੈ। ਇਹ ਗੱਲ ਦੇਸ਼ ਦੇ ਇੱਕ ਉਹ ਚੀਫ ਜਸਟਿਸ ਨੇ, ਮੁੱਖ ਨਿਆਂਧੀਸ਼ ਨੇ ਕਹੀ, ਜਿਹੜਾ ਦੇਸ਼ ਦਾ ਉਪ ਰਾਸ਼ਟਰਪਤੀ ਵੀ ਬਣਿਆ ਅਤੇ ਰਾਸ਼ਟਰਪਤੀ ਵੀ ਬਣਿਆ। ਨਾਮ ਸੀ M ਹਿਦਾਇਤੁੱਲਾ, ਬਹੁਤ ਇੰਪੋਰਟੈਂਟ ਨਾਮ ਆ। ਹੁਣ ਤੁਸੀਂ ਇੱਕ ਗੱਲ ਦੇਖੋ, ਜੇ ਮੈਂ ਕਹਾਂ ਕਿ ਤੁਸੀਂ ਇਸ ਥਿਊਰੀ ਨੂੰ, ਮਤਲਬ ਜਿਹੜੀ ਆ ਥਿਊਰੀ ਆ, ਤੁਸੀਂ ਇਸ ਥਿਊਰੀ ਨੂੰ ਚੰਗੀ ਤਰ੍ਹਾਂ ਆਪਣੇ ਟੈਲੀਗ੍ਰਾਮ ਤੋਂ PDF ਨੂੰ ਡਾਊਨਲੋਡ ਕਰਕੇ ਇਹਨੂੰ ਪੜ੍ਹੋ, 2 ਵਾਰ ਪੜ੍ਹੋ, 3 ਵਾਰ ਪੜ੍ਹੋ। ਅਤੇ ਮੈਂ ਫਿਰ ਇੱਕ ਗੱਲ ਦੱਸ ਦਿੰਦਾ, ਅਗਲਾ ਚੈਨਲ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਅਗਲਾ ਲੈਕਚਰ ਲਾ ਲਓ, ਉਹਨੂੰ ਲਾ ਕੇ ਉਸ ਤੋਂ ਅਗਲਾ ਲੈਕਚਰ ਉਹ ਤੋਂ ਡਿਸਕ੍ਰਿਪਸ਼ਨ ਬਾਕਸ 'ਚ ਲਾਇਓ ਜਾ ਕੇ। ਇਸ ਤਰੀਕੇ ਨਾਲ ਤੁਹਾਡੀ ਤਿਆਰੀ ਜਿਹੜੀ ਆ, ਅਸੀਂ ਨਹੀਂ ਚਾਹੁੰਦੇ ਕਿ ਉਹਦੇ 'ਚ ਕੋਈ ਕਸਰ ਰਵੇ। ਹੁਣ ਜੇ ਤੁਹਾਡੀ ਸਾਈਡ ਤੋਂ ਰਹਿ ਗਈ ਤਾਂ ਉਹ ਵੱਡ ਗੱਲ ਆ। ਕੋਈ ਵੀ ਤੁਸੀਂ ਸਾਡੇ ਤੋਂ ਬੁੱਕਸ ਮੰਗਾਉਣੀਆਂ ਹੋਣ, ਠੀਕ ਆ, ਸਾਡੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਸੰਪਰਕ ਕਰਨਾ ਹੋਵੇ ਤਾਂ 77078 ਅਤੇ 00072, ਮੋਸਟ ਇੰਪੋਰਟੈਂਟ ਨੰਬਰ। ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਸਾਡੇ ਤੋਂ ਮਤਲਬ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ।
ਕੰਟੈਂਟ ਚੰਗਾ ਲੱਗਾ ਇਹਨੂੰ ਆਪਣੇ ਉਹਨਾਂ ਸਾਥੀਆਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਪੰਜਾਬੀ ਮੀਡੀਅਮ 'ਚ ਤਿਆਰੀ ਕਰਨਾ ਚਾਹੁੰਦੇ ਆ ਪਰ ਵਿਚਾਰੇ ਕਿਸੇ ਨਾ ਕਿਸੇ ਕਾਰਨ ਉੱਥੇ ਉਲਝ ਜਾਂਦੇ ਆ ਜਿੱਥੇ ਪੰਜਾਬੀ ਕਹਿ ਕੇ ਤੁਹਾਨੂੰ ਬਾਅਦ 'ਚ ਤਿਆਰੀ ਅੱਧੀ ਕੁ ਇੰਗਲਿਸ਼ 'ਚ ਕਰਨੀ ਪੈਂਦੀ ਆ, ਫਿਰ ਜਹਾਜ਼ ਬਣ ਜਾਂਦੀ ਆ। ਤੁਸੀਂ ਕੋਸ਼ਿਸ਼ ਵੀ ਬਹੁਤ ਕਰਦੇ ਹੋ, ਜ਼ੋਰ ਵੀ ਬਹੁਤ ਲਾਉਂਦੇ ਹੋ, ਪਰ ਪਤਾ ਨਹੀਂ ਫਿਰ ਤੁਸੀਂ ਕਹਿ ਦਿੰਦੇ ਹੋ ਯਾਰ ਸਮਝ ਜੀ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਅਸਲ 'ਚ ਅਸੀਂ ਪੰਜਾਬੀ ਮਾਧਿਅਮ 'ਚ ਪੜ੍ਹੇ ਹੋਏ ਜਵਾਕ ਹਾਂ ਅਤੇ ਸਾਡੀ ਉਹਨਾਂ ਨਾਲ ਘੱਟ ਬਣਦੀ ਆ। ਅੱਜ ਲਈ ਇੰਨਾ ਹੀ ਬਹੁਤ ਆ ਬੱਚੇ, ਧੰਨਵਾਦ।